ਮਨੋਹਰ ਸ਼ੁਕਲਾ ਦਾ ਨਾਵਲ ਕਿਹਦਾ ਇਤਬਾਰ। ਅੱਜ 1 ਹਫ਼ਤਾ ਹੋ ਗਿਆ ਹੈ ਉਹਨਾਂ ਨੂੰ ਤਾਰ ਦਿੱਤਿਆਂ। ਨਾ ਤਾਂ ਖੁਦ ਆਏ ਹਨ, ਨਾ ਹੀ ਕੋਈ ਚਿੱਠੀ ਪੱਤਰ ਭੇਜਿਆ ਹੈ। ਅਤੇ ਕੋਮਲ ਤਾਂ ਬਸ ਹੁਣ ਕੀ ਆਖਾਂ, ਉਸਦੇ ਬਾਰੇ ਵਿੱਚ ਐਨੀ ਜ਼ਿਆਦਾ ਲਾਪਰਵਾਹ ਨਿਕਲੇਗੀ ਕਦੇ ਸੋਚਿਆ ਵੀ ਨਹੀਂ ਸੀ। ਮਾਂ, ਤੁਸੀਂ ਹੀ ਜਾਓ ਨਾ ਉੱਥੇ, ਰਾਗਨੀ ਨੇ ਰੋਣ ਵਾਲੀ ਸ਼ਕਲ ਬਣਾਉਂਦਿਆਂ ਆਖਿਆ। ਧੀਏ, ਇੱਥੇ ਤਾਂ ਤੂੰ ਘਰ ਦਾ ਕੰਮ ਕਰਨ ਯੋਗ ਨਹੀਂ। ਉੱਥੇ ਤੇਰੇ ਪਿਤਾ ਜੀ ਬਿਮਾਰ ਪੈ ਗਏ ਹਨ। ਉਹ ਠੀਕ ਹੁੰਦੇ ਤਾਂ ਗੱਲ ਕੁਝ ਹੋਰ ਹੁੰਦੀ। ਮੇਰੀ ਤਾਂ ਆਪਣੀ ਸਮਝ ਵਿੱਚ ਕੁਝ ਨਹੀਂ ਆ ਰਿਹਾ। ਤੈਨੂੰ ਅਤੇ ਤੇਰੇ ਪਿਤਾ ਜੀ ਨੂੰ ਇਸ ਹਾਲਤ ਵਿੱਚ ਛੱਡ ਕੇ ਕਿਤੇ ਨਹੀਂ ਜਾ ਸਕਦੀ ਅਤੇ ਉਹਨਾਂ ਲੋਕਾਂ ਦਾ ਵੀ ਕੁਝ ਪਤਾ ਨਹੀਂ ਲੱਗ ਰਿਹਾ। ਚਲੋ, ਪਰਮਜੀਤ ਤਾਂ ਆਪਣੇ ਇਮਤਿਹਾਨਾਂ ਵਿੱਚ ਰੁੱਝਿਆ ਹੋਵੇਗਾ, ਪਰ ਕੋਮਲ ਕੋਲ ਵੀ ਇੰਨਾ ਸਮਾਂ ਨਹੀਂ ਕਿ ਉਹ ਕਾਕੇ ਦੀ ਵਧਾਈ ਅਤੇ ਆਪਣੇ ਰਾਜੀ ਖੁਸ਼ੀ ਦਾ ਖੱਤ ਹੀ ਪਾ ਦੇਵੇ। ਮਾਂ ਨੇ ਬੇਵੱਸ ਸ਼ਬਦਾਂ ਵਿੱਚ ਆਖਿਆ। ਇਹ ਤਾਂ ਹੋ ਹੀ ਨਹੀਂ ਸਕਦਾ ਮਾਂ ਕਿ ਉਹਨਾਂ ਨੂੰ ਮੁੰਨੇ ਦਾ ਪਤਾ ਲੱਗੇ ਅਤੇ ਉਹ ਨਾ ਆਉਣ। ਕਿਤੇ ਅਜਿਹਾ ਤਾਂ ਨਹੀਂ ਕਿ ਉਹਨਾਂ ਨੂੰ ਸਾਡਾ ਤਾਰ ਹੀ ਨਾ ਮਿਲਿਆ ਹੋਵੇ। ਰਾਗਨੀ ਨੇ ਮਾਂ ਨੂੰ ਸਮਝਾਉਣ ਦਾ ਯਤਨ ਕੀਤਾ। ਹੁਣ ਮਾਂ ਵਿਚਾਰੀ ਕੀ ਕਹਿੰਦੀ। ਉਸ ਨੂੰ ਤਾਂ ਘਰ ਦੇ ਤਮਾਮ ਕੰਮਾਂ ਕਾਰਾਂ ਅਤੇ ਰਾਗਨੀ ਤੇ ਉਹਦੇ ਪਿਤਾ ਦੀ ਸੇਵਾ ਨੇ ਹਿਲਾ ਕੇ ਰੱਖ ਦਿੱਤਾ ਸੀ। ਰਾਗਨੀ ਦੇ ਮਨ ਵਿੱਚ ਵਾਰ-ਵਾਰ ਇੱਕੋ ਹੀ ਲਾਲਸਾ ਉੱਠ ਰਹੀ ਸੀ ਕਿ ਉਸ ਦਾ ਪਰਮਜੀਤ ਇੱਥੇ ਉਸਦੇ ਕੋਲ ਚਲਾ ਆਵੇ। ਕਿੰਨਾ ਖੁਸ਼ ਹੋਵੇਗਾ ਉਹ ਆਪਣੇ ਚੰਨ ਵਰਗੇ ਇੰਜੀਨੀਅਰ ਨੂੰ ਵੇਖ ਕੇ। ਮਾਂ, ਮੇਰਾ ਤਾਂ ਮਨ ਕਹਿੰਦਾ ਹੈ ਕਿ ਮੈਂ ਹੀ ਉਹਨਾਂ ਦੇ ਕੋਲ ਹੋ ਆਵਾਂ। ਰਾਗਨੀ ਨੇ ਤਰਸਯੋਗ ਨਜ਼ਰ ਨਾਲ ਮਾਂ ਵੱਲ ਝਾਤ ਮਾਰਦਿਆਂ ਆਖਿਆ। ਨਹੀਂ, ਬਿਲਕੁਲ ਨਹੀਂ। ਅਗਾਂਹ ਐਸਾ ਸੋਚੀ ਵੀ ਨਾ। ਜਦੋਂ ਤੱਕ ਮੁੰਨਾ 1.25 ਮਹੀਨੇ ਦਾ ਨਹੀਂ ਹੋ ਜਾਂਦਾ, ਤੂੰ ਘਰ ਤੋਂ ਬਾਹਰ ਪੈਰ ਵੀ ਨਹੀਂ ਰੱਖ ਸਕਦੀ। ਉਹ ਤਾਂ ਮਾਂ ਨਹੀਂ, ਮੈਂ ਕੋਈ ਗੱਲ ਨਹੀਂ ਸੁਣਾਂਗੀ ਤੇਰੀ। ਆਪਰੇਸ਼ਨ ਦੀ ਵਜ੍ਹਾ ਨਾਲ ਤੇਰੇ ਤੋਂ ਠੀਕ ਤਰ੍ਹਾਂ ਚੱਲਿਆ ਵੀ ਤਾਂ ਨਹੀਂ ਜਾ ਰਿਹਾ ਅਤੇ ਗੱਲ ਕਰਦੀ ਹੈ ਉੱਥੇ ਜਾਣ ਦੀ, ਮਾਂ ਨੇ ਆਖਿਆ ਤੇ ਰਸੋਈ ਵੱਲ ਵਧ ਗਈ। ਤਦੇ ਰਾਗਨੀ ਨੇ ਦੇਖਿਆ ਕਿ ਗੁਆਂਢ ਵਾਲੀ ਸਰਲਾ ਆਂਟੀ ਦਾ ਮੁੰਡਾ ਅਨਿਲ ਅੰਦਰ ਆ ਰਿਹਾ ਸੀ। ਅਨਿਲ BA ਦੇ ਪਹਿਲੇ ਦਰਜੇ ਵਿੱਚ ਪੜ੍ਹਦਾ ਸੀ ਅਤੇ ਕਾਫੀ ਹੁਸ਼ਿਆਰ ਵਿਦਿਆਰਥੀ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਰਿਸ਼ਤੇਦਾਰੀ ਵਿੱਚ ਕਿਤੇ ਗਿਆ ਹੋਇਆ ਸੀ। ਨਮਸਤੇ ਭੈਣ ਜੀ, ਅਨਿਲ ਨੇ ਰਾਗਨੀ ਦੇ ਕਮਰੇ 'ਚ ਆਉਂਦਿਆਂ ਆਖਿਆ। ਨਮਸਤੇ ਅਨਿਲ, ਕੀ ਹਾਲ ਚਾਲ ਹਨ ਤੁਹਾਡੇ? ਪੜ੍ਹਾਈ ਤਾਂ ਠੀਕ ਠਾਕ ਚੱਲ ਰਹੀ ਹੈ ਨਾ? ਸਭ ਕੁਝ ਠੀਕ ਚੱਲ ਰਿਹਾ ਹੈ ਦੀਦੀ, ਤੁਸੀਂ ਸੁਣਾਓ ਹੁਣ ਕਿਵੇਂ ਹੋ? ਮੁੰਨਾ ਕੀ ਕਰ ਰਿਹਾ ਹੈ? ਮੁੰਨਾ ਤਾਂ ਸੌਂ ਰਿਹਾ ਹੈ। ਅਤੇ ਤੁਹਾਡੀ ਸਿਹਤ ਹੁਣ ਕਿਵੇਂ ਹੈ ਦੀਦੀ? ਮੈਂ ਤਾਂ ਠੀਕ ਹਾਂ ਅਨਿਲ, ਬਸ ਤੁਹਾਡੇ ਜੀਜਾ ਜੀ ਠੀਕ ਹੋਣ। ਕਿਉਂ, ਜੀਜਾ ਜੀ ਨੂੰ ਕੀ ਹੋਇਆ? ਅਨਿਲ ਨੇ ਥੋੜ੍ਹਾ ਘਬਰਾਉਂਦਿਆਂ ਕਿਹਾ। ਪਤਾ ਨਹੀਂ ਕਿਉਂ ਵੀਰੇ, ਮੈਨੂੰ ਉਹਨਾਂ ਦੀ ਬਹੁਤ ਫਿਕਰ ਹੋ ਰਹੀ ਹੈ। ਅਸੀਂ ਉਹਨਾਂ ਨੂੰ ਮੁੰਡੇ ਦੇ ਪੈਦਾ ਹੋਣ ਦਾ ਸਮਾਚਾਰ ਟੈਲੀਗ੍ਰਾਮ ਰਾਹੀਂ ਘੱਲਿਆ ਸੀ। ਨਾ ਤਾਂ ਖੁਦ ਪਹੁੰਚੇ ਹਨ ਅਤੇ ਨਾ ਹੀ ਉਹਨਾਂ ਦਾ ਕੋਈ ਚਿੱਠੀ ਪੱਤਰ ਹੀ ਆਇਆ ਹੈ। ਕੋਮਲ ਵੀ ਤਾਂ ਉੱਥੇ ਹੀ ਹੈ ਨਾ ਉਹਨਾਂ ਕੋਲ? ਹਾਂ, ਹੈ ਤਾਂ ਉੱਥੇ ਹੀ। ਉਸਨੇ ਵੀ ਕੁਝ ਅਤਾ ਪਤਾ ਨਹੀਂ ਦਿੱਤਾ। ਸਾਡੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਕਿ ਇਹ ਲੋਕ ਇਸ ਤਰ੍ਹਾਂ ਖਾਮੋਸ਼ ਕਿਉਂ ਹੋ ਗਏ ਹਨ। ਆਖਿਰ ਅਜਿਹੀ ਕੀ ਭੁੱਲ ਹੋ ਗਈ ਸਾਡੇ ਤੋਂ? ਰਾਗਨੀ ਨੇ ਬੁਰੀ ਤਰ੍ਹਾਂ ਮਾਯੂਸ ਹੁੰਦਿਆਂ ਕਿਹਾ। ਫਿਰ ਉਹ ਕੁਝ ਸੋਚਣ ਲੱਗੀ ਅਤੇ ਸੋਚਦਿਆਂ ਹੀ ਕਹਿਣ ਲੱਗੀ, ਕਿਤੇ ਐਸਾ ਤਾਂ ਨਹੀਂ ਅਨਿਲ ਕਿ ਉਹਨਾਂ ਨੂੰ ਸਾਡਾ ਤਾਰ ਹੀ ਨਾ ਮਿਲਿਆ ਹੋਵੇ? ਤਾਰ ਨਾ ਮਿਲਣ ਦੇ ਚਾਂਸਿਸ ਤਾਂ ਬਹੁਤ ਘੱਟ ਹਨ। ਦੇਰੀ ਨਾਲ ਮਿਲਣ ਵਾਲੀ ਗੱਲ ਮੰਨੀ ਜਾ ਸਕਦੀ ਹੈ, ਪਰ ਦੇਰੀ ਨਾਲ ਮਿਲੀ ਹੋਵੇ ਤਾਂ ਵੀ ਹਫ਼ਤਿਆਂ ਬੱਧੀ ਲੇਟ ਨਹੀਂ ਹੋ ਸਕਦੀ, ਅਨਿਲ ਨੇ ਆਪਣੀ ਰਾਏ ਦਿੱਤੀ। ਰਾਗਨੀ ਫਿਰ ਸੋਚਾਂ ਵਿੱਚ ਪੈ ਗਈ। ਥੋੜ੍ਹੀ ਦੇਰ ਬਾਅਦ ਉਹ ਕਹਿਣ ਲੱਗੀ, ਅਨਿਲ ਵੀਰ, ਤੁਸੀਂ ਮੇਰਾ ਇੱਕ ਕੰਮ ਕਰੋਗੇ? ਹਾਂ, ਹੁਕਮ ਕਰੋ ਦੀਦੀ, ਕਰ ਸਕੋਗੇ ਨਾ? ਹਾਂ, ਕਿਉਂ ਨਹੀਂ ਦੀਦੀ, ਤੁਸੀਂ ਦੱਸੋ ਤਾਂ ਸਹੀ, ਐਸਾ ਕਿਹੜਾ ਕੰਮ ਹੈ ਜਿਸ ਵਿੱਚ ਤੁਸੀਂ ਇਸ ਤਰ੍ਹਾਂ ਹਿਚਕਿਚਾ ਰਹੇ ਹੋ? ਅਨਿਲ ਨੇ ਉਤਸੁਕਤਾ ਵਸ ਕਿਹਾ। ਤੁਸੀਂ ਆਪਣੀ ਇਸ ਭੈਣ ਲਈ ਨਾਰਾਇਣਪੁਰ ਜਾ ਸਕੋਗੇ? ਰਾਗਨੀ ਨੇ ਥੋੜ੍ਹੀ ਸ਼ੰਕਾ ਵਾਲੀਆਂ ਨਜ਼ਰਾਂ ਨਾਲ
ਉਸਦੇ ਵੱਲ ਵੇਖਦਿਆਂ ਪੁੱਛਿਆ। ਨਾਰਾਇਣਪੁਰ ਮਤਲਬ ਜੀਜਾ ਜੀ ਦੇ ਇੱਥੇ? ਅਨਿਲ ਨੇ ਕਿਹਾ। ਹਾਂ ਵੀਰ, ਆਉਣ ਜਾਣ ਦਾ ਕਿਰਾਇਆ ਮੈਂ ਤੁਹਾਨੂੰ ਦੇ ਦੇਵਾਂਗੀ। ਇੱਕ ਗੱਡੀ ਰਾਹੀਂ ਜਾਓ ਅਤੇ ਆਪਣੇ ਜੀਜਾ ਜੀ ਤੇ ਕੋਮਲ ਦਾ ਪਤਾ ਕਰਕੇ ਦੂਜੀ ਗੱਡੀ ਰਾਹੀਂ ਵਾਪਸ ਆ ਜਾਓ। ਹੋ ਸਕੇ ਤਾਂ ਉਹਨਾਂ ਦੋਵਾਂ ਨੂੰ ਵੀ ਨਾਲ ਹੀ ਲੈਂਦੇ ਆਉਣਾ, ਰਾਗਨੀ ਨੇ ਥੋੜਾ ਜੋਸ਼ 'ਚ ਭਰਦਿਆਂ ਆਖਿਆ। ਸ਼ਾਇਦ ਉਸਨੂੰ ਉਮੀਦ ਜਾਗ ਰਹੀ ਸੀ ਕਿ ਅਨਿਲ ਉਸਦੀ ਗੱਲ ਮੰਨ ਕੇ ਨਾਰਾਇਣਪੁਰ ਜਾਣ ਨੂੰ ਤਿਆਰ ਹੋ ਜਾਵੇਗਾ। ਉਹ ਤਾਂ ਠੀਕ ਹੈ ਭੈਣ, ਪਰ ਤੁਸੀਂ ਤਾਂ ਜਾਣਦੇ ਹੋ ਕਿ ਮੈਂ ਅੱਜ ਹੀ ਬਾਹਰ ਤੋਂ ਪਰਤਿਆ ਹਾਂ ਅਤੇ ਆਉਂਦਿਆਂ ਹੀ ਤੁਹਾਨੂੰ ਮਿਲਣ ਆ ਗਿਆ। ਦਰਅਸਲ ਸਫ਼ਰ ਵਿੱਚ ਮੈਂ ਵੀ ਕਾਫੀ ਥੱਕ ਗਿਆ ਹਾਂ। ਤੁਸੀਂ ਆਖੋ ਤਾਂ ਕੱਲ੍ਹ ਸਵੇਰ ਚਲਾ ਜਾਵਾਂ। ਸਵੇਰੇ ਨੂੰ ਪਹਿਲੇ ਹੀ ਬੱਸ ਨਾਲ ਨਿਕਲ ਜਾਵਾਂਗਾ, ਅਨਿਲ ਨੇ ਆਪਣੀ ਮਜਬੂਰੀ ਦੱਸਦਿਆਂ ਆਖਿਆ। ਠੀਕ ਹੈ, ਜੇਕਰ ਛੇਤੀ ਸਵੇਰੇ ਨਿਕਲੋਗੇ ਤਾਂ ਪਰਤ ਵੀ ਛੇਤੀ ਸਕਦੇ ਹੋ। ਜੀ ਦੀਦੀ, ਹੋ ਸਕਦਾ ਹੈ ਕਿ ਦੁਪਹਿਰ ਤੱਕ ਵਾਪਸ ਵੀ ਆ ਜਾਵਾਂ। ਉੱਥੇ ਹੋਰ ਕੋਈ ਕੰਮ ਤਾਂ ਹੈ ਨਹੀਂ, ਬਸ ਤੁਹਾਡੇ ਕੰਮ ਨਾਲ ਹੀ ਜਾਣਾ ਹੈ। ਚਲੋ ਫਿਰ ਠੀਕ ਹੈ, ਤੁਸੀਂ ਕੱਲ੍ਹ ਤੜਕੇ ਹੀ ਨਿਕਲ ਜਾਣਾ ਅਤੇ ਸਾਰੀ ਗੱਲ ਦਾ ਪਤਾ ਕਰਕੇ ਹੀ ਪਰਤਣਾ। ਠੀਕ ਹੈ ਭੈਣ ਜੀ, ਤੁਸੀਂ ਜ਼ਰਾ ਚਿੰਤਾ ਨਾ ਕਰੋ। ਚਿੰਤਾ ਦੀ ਕੀ ਆਖਾਂ ਅਨਿਲ ਵੀਰ, ਪਤਾ ਨਹੀਂ ਕਿਉਂ ਉਹਨਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਮੇਰੇ ਮਨ ਵਿੱਚ ਕਿਹੋ ਜਿਹੇ ਵਿਚਾਰ ਆ ਰਹੇ ਹਨ, ਜਿਨ੍ਹਾਂ ਨਾਲ ਮੈਨੂੰ ਉਹਨਾਂ ਦੀ ਬਹੁਤ ਫਿਕਰ ਹੋਣ ਲੱਗੀ ਹੈ। ਨਹੀਂ ਭੈਣੇ, ਮੈਨੂੰ ਤਾਂ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਦਿਸ ਰਹੀ। ਉਂਝ ਵੀ ਜੀਜਾ ਜੀ ਤਾਂ। ਹਾਂ ਅਨਿਲ, ਇੱਕ ਗੱਲ ਹੋਰ, ਇਸ ਗੱਲ ਦਾ ਧਿਆਨ ਰੱਖਣਾ ਕਿ ਇਸ ਸਭ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਮੈਂ ਤੁਹਾਨੂੰ ਨਾਰਾਇਣਪੁਰ ਭੇਜ ਰਹੀ ਹਾਂ। ਰਾਗਨੀ ਨੇ ਉਸਦੀ ਗੱਲ ਵੱਲ ਕੋਈ ਉਚੇਚਾ ਧਿਆਨ ਨਾ ਦੇ ਕੇ ਉਹਨੂੰ ਫਿਰ ਤੋਂ ਸਮਝਾਇਆ। ਤੁਸੀਂ ਇਸ ਗੱਲ ਦੀ ਕੋਈ ਫਿਕਰ ਨਾ ਕਰੋ ਦੀਦੀ, ਅਨਿਲ ਨੇ ਆਖਿਆ ਤੇ ਉੱਥੋਂ ਦੀ ਆਪਣੇ ਘਰ ਵੱਲ ਵੱਧ ਗਿਆ। ਅਗਲਾ ਅੰਕ। ਅਗਲੀ ਸਵੇਰ ਅਨਿਲ ਨੇ ਤੜਕਸਾਰ ਹੀ ਬੱਸ ਸਟੈਂਡ ਪਹੁੰਚ ਕੇ ਨਾਰਾਇਣਪੁਰ ਵਾਲੀ ਬੱਸ ਪਕੜ ਲਈ। ਬੱਸ ਅੱਡੇ ਤੋਂ ਰਿਕਸ਼ਾ ਲੈ ਕੇ ਉਹ ਸਿੱਧਾ ਪਰਮਜੀਤ ਦੇ ਘਰ ਪਹੁੰਚਿਆ। ਉੱਥੇ ਤਾਂ ਜਿੰਦਰਾ ਹੀ ਲੱਗਿਆ ਮਿਲਿਆ, ਪਰ ਆਂਢ ਗੁਆਂਢ ਦੀਆਂ ਕਈ ਔਰਤਾਂ ਨੇ ਉਸਨੂੰ ਘੇਰ ਲਿਆ। ਅਨਿਲ ਨੂੰ ਨਾਰਾਇਣਪੁਰ ਵਿੱਚ ਹੁਣ ਹੋਰ ਕੋਈ ਕੰਮ ਨਹੀਂ ਸੀ। ਇਹ ਕੰਮ ਕਰਕੇ ਉਹ ਛੇਤੀ ਫਾਰਗ ਹੋ ਗਿਆ। ਲਿਹਾਜ਼ਾ ਉਹ ਅਸਲੀਅਤ ਵਿੱਚ ਹੀ ਦੁਪਹਿਰ ਤੱਕ ਵਾਪਸ ਰਾਏਗੜ੍ਹ ਪਰਤ ਆਇਆ। ਆਉਂਦਿਆਂ ਹੀ ਉਸਨੇ ਸਪਸ਼ਟ ਸ਼ਬਦਾਂ ਵਿੱਚ ਪਰਮਜੀਤ ਦੇ ਗੁਆਂਢੀਆਂ ਤੋਂ ਸੁਣੀ ਉਸਦੀ ਅਤੇ ਕੋਮਲ ਦੀ ਪ੍ਰੇਮ ਕਥਾ ਰਾਗਨੀ ਨੂੰ ਸੁਣਾ ਦਿੱਤੀ। ਨਾਲ ਹੀ ਇਹ ਵੀ ਦੱਸ ਦਿੱਤਾ ਕਿ ਪਿਛਲੇ ਕਈ ਦਿਨਾਂ ਤੋਂ ਪਰਮਜੀਤ ਅਤੇ ਕੋਮਲ ਮੌਜ ਮਸਤੀ ਕਰਨ ਲਈ ਸ਼ਿਮਲਾ ਗਏ ਹੋਏ ਸਨ। ਇਹ ਸੁਣ ਕੇ ਰਾਗਨੀ ਦੇ ਭਾਂਬੜ ਮਚਣੇ ਸੁਭਾਵਕ ਸਨ। ਉਹ ਬੁਰੀ ਤਰ੍ਹਾਂ ਨਾਲ ਪਰੇਸ਼ਾਨ ਹੋ ਗਈ। ਉਸਦੇ ਲੂ ਕੰਡੇ ਖੜੇ ਹੋ ਗਏ। ਮਨ ਤਣਾਅ ਨਾਲ ਭਰ ਉੱਠਿਆ, ਪਰ ਉਸਨੇ ਇਸ ਬਾਰੇ ਕਿਸੇ ਨਾਲ ਵੀ ਕੁਝ ਨਹੀਂ ਕਿਹਾ। ਫਿਰ ਉਹ ਕਹਿੰਦੀ ਵੀ ਕਿਸ ਨਾਲ? ਮਾਂ ਅਤੇ ਪਿਤਾ ਜੀ ਨਾਲ ਇਸ ਬਾਰੇ ਵਿੱਚ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਸੀ। ਫਿਰ ਉਹਨਾਂ ਨੂੰ ਦੱਸਣਾ ਕੀ ਖਤਰੇ ਤੋਂ ਖਾਲੀ ਹੁੰਦਾ? ਦੋਵੇਂ ਇਸ ਗੱਲ ਨੂੰ ਲੈ ਕੇ ਇਸ ਕਦਰ ਤੱਕ ਦਿਲ ਤੇ ਲੈ ਬੈਠਦੇ ਕਿ ਉਹਨਾਂ ਲਈ ਇਹ ਅਜਿਹੇ ਸਦਮੇ ਵਾਲੀ ਗੱਲ ਹੁੰਦੀ ਜੋ ਉਹਨਾਂ ਲਈ ਝੱਲਣਾ ਮੁਸ਼ਕਿਲ ਹੋ ਸਕਦਾ ਸੀ। ਦੂਜੇ ਪਾਸੇ ਰਾਗਨੀ ਦਾ ਤਾਂ ਜਹਾਨ ਲੁੱਟ ਰਿਹਾ ਸੀ। ਉਹ ਤਾਂ ਬਰਬਾਦੀ ਦੇ ਕੰਗਾਰ ਤੇ ਜਾ ਪਹੁੰਚੀ ਸੀ। ਜੋ ਵੀ ਸੀ, ਰਾਗਨੀ ਨੇ ਇਸ ਬਾਰੇ ਨਾ ਮਾਂ ਨੂੰ ਕੁਝ ਦੱਸਿਆ ਅਤੇ ਨਾ ਹੀ ਪਿਤਾ ਜੀ ਦੇ ਕੰਨਾਂ ਤੱਕ ਕੋਈ ਗੱਲ ਪੈਣ ਦਿੱਤੀ। ਇਸ ਸੰਬੰਧੀ ਅੱਗੇ ਜੋ ਵੀ ਫੈਸਲਾ ਲੈਣਾ ਸੀ, ਉਸਨੂੰ ਖੁਦ ਲੈਣਾ ਪੈਣਾ ਸੀ। ਰਾਗਨੀ ਇੱਕ ਅਜੀਬ ਜਿਹੇ ਤਾਣੇ ਬਾਣੇ ਵਿੱਚ ਉਲਝੀ ਰਹੀ। ਉਹ ਵਾਰ-ਵਾਰ ਆਪਣੇ ਬੱਚੇ ਨੂੰ ਚੁੱਕ ਕੇ ਸੀਨੇ ਨਾਲ ਲਾ ਲੈਂਦੀ ਅਤੇ ਅਚਾਨ ਹੀ ਉਸਨੂੰ ਬਿਸਤਰ ਤੇ ਲਿਟਾ ਕੇ ਡੂੰਘੀ ਸੋਚ ਵਿੱਚ ਡੁੱਬ ਜਾਂਦੀ। ਉਸਦੀ ਸਥਿਤੀ ਉਸ ਪੰਛੀ ਵਾਂਗੂ ਹੋ ਰਹੀ ਸੀ ਜੋ ਖੁੱਲ੍ਹਾ ਤਾਂ ਛੱਡ ਦਿੱਤਾ ਗਿਆ ਸੀ, ਪਰ ਉਸਦੇ ਖੰਭ ਵੱਢ ਦਿੱਤੇ ਗਏ ਸਨ। ਰਾਗਨੀ ਨੂੰ ਇੱਕ ਦਫਾ ਫਿਰ ਗਹਿਰੀ ਦਰਦ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਫਿਰ 3 ਕੁ ਮਰਤਬਾ ਉਸਨੂੰ ਇਸ ਦਰਦ ਨੇ ਪਰੇਸ਼ਾਨ ਕੀਤਾ, ਪਰ ਸਰੀਰਕ ਤਕਲੀਫ ਤੋਂ ਕਿਤੇ ਵੱਧ ਉਸਦਾ ਮਾਨਸਿਕ ਕਸ਼ਟ ਹੁੰਦਾ ਜਾ ਰਿਹਾ ਸੀ। ਤਾਂ ਵੀ ਉਸਨੇ ਆਪਣੇ ਆਪ ਨੂੰ ਸੁਭਾਵਿਕ ਬਣਾਏ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਉਸ ਵੇਲੇ ਉਸਦੇ ਦਿਲੋਂ ਦਿਮਾਗ ਤੇ ਕੀ ਚੱਲ ਰਿਹਾ ਸੀ, ਇਸ ਬਾਰੇ ਉਸਨੇ ਮਾਂ ਨੂੰ ਜ਼ਰਾ ਵੀ ਸ਼ੱਕ ਨਹੀਂ ਹੋਣ ਦਿੱਤਾ ਸੀ। ਪਿਤਾ ਜੀ ਪਹਿਲਾਂ ਹੀ ਬਿਸਤਰ ਤੇ ਪਏ ਹੋਏ ਸਨ। ਕਿਸੇ ਤਰ੍ਹਾਂ ਦਿਨ ਗੁਜ਼ਰ ਗਿਆ ਤੇ ਰਾਤ ਹੋ ਗਈ।
ਪੂਰੀ ਰਾਤ ਰਾਗਨੀ ਨੇ ਅੱਖਾਂ 'ਚ ਕੱਟ ਦਿੱਤੀ। ਸਵੇਰ ਦੇ 4 ਵਜਦਿਆਂ ਸਾਰ ਹੀ ਉਸ ਵਿੱਚ ਪਤਾ ਨਹੀਂ ਕਿੱਥੋਂ ਇੱਕ ਅਨੋਖੀ ਸ਼ਕਤੀ ਪੈਦਾ ਹੋ ਗਈ ਕਿ ਉਹ ਆਪਣੇ ਨੰਨੇ ਮੁੰਨੇ ਨੂੰ ਛਾਤੀ ਨਾਲ ਚਿਪਕਾਏ ਮੰਜੇ ਤੋਂ ਉੱਠ ਖਲੋਤੀ। ਉੱਠਣ ਲੱਗਿਆਂ ਹੀ ਉਸਨੂੰ ਇੱਕ ਵਾਰ ਫਿਰ ਤੋਂ ਦਰਦ ਹੋਇਆ, ਪਰ ਉਸਨੇ ਕਿਸੇ ਦਰਦ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਹੌਲੇ-ਹੌਲੇ ਕਦਮਾਂ ਨਾਲ ਚਲਦੀ ਹੋਈ ਮੁੱਖ ਦਰਵਾਜ਼ੇ ਤੱਕ ਆ ਪਹੁੰਚੀ। ਮਾਂ ਅਤੇ ਪਿਤਾ ਜੀ ਡੂੰਘੀ ਨੀਂਦ ਵਿੱਚ ਸਨ। ਉਹਨਾਂ ਨੂੰ ਕਿਸੇ ਗੱਲ ਦੀ ਕੋਈ ਭਿਣਕ ਤੱਕ ਨਹੀਂ ਲੱਗੀ ਸੀ, ਜਦੋਂ ਕਿ ਇਸ ਦਰਮਿਆਨ ਰਾਗਨੀ ਆਪਣਾ ਇੱਕ ਵੱਖਰਾ ਨਿਰਾਲਾ ਫੈਸਲਾ ਲੈ ਚੁੱਕੀ ਸੀ। ਘਰ ਤੋਂ ਬਾਹਰ ਨਿਕਲ ਕੇ ਰਾਗਨੀ ਹਜੇ ਕੁਝ ਕਦਮ ਹੀ ਚੱਲੀ ਸੀ ਕਿ ਉਸਨੂੰ ਇੱਕ ਵਾਰ ਫਿਰ ਤੋਂ ਦਰਦ ਦੇ ਉਬਾਲ ਨੇ ਜਕੜਨ ਦਾ ਯਤਨ ਕੀਤਾ। ਲੇਕਿਨ ਉਸ ਦੇ ਅੰਦਰੋਂ ਇਹੋ ਆਵਾਜ਼ ਉੱਠ ਰਹੀ ਸੀ ਕਿ ਹੁਣ ਕੋਈ ਵੀ ਬੰਧਨ ਉਸਨੂੰ ਜਕੜ ਕੇ ਨਹੀਂ ਰੱਖ ਸਕਦਾ ਸੀ। ਉਹ ਨਪੇ ਤੁਲੇ ਕਦਮ ਰੱਖਦੀ ਹੋਈ ਸੜਕ 'ਤੇ ਤੁਰਨ ਲੱਗੀ। ਤਦੇ ਉਸਦੇ ਸੁਭਾਗ ਨਾਲ ਉੱਥੇ ਇੱਕ ਰਿਕਸ਼ਾ ਆ ਗਿਆ। ਰਾਗਨੀ ਇਸ ਰਿਕਸ਼ੇ 'ਤੇ ਤਕਰੀਬਨ 4:30 ਵਜੇ ਤੱਕ ਬੱਸ ਅੱਡੇ ਪਹੁੰਚ ਗਈ। ਨਰਾਇਣਪੁਰ ਲਈ 4:40 'ਤੇ ਚੱਲਣ ਵਾਲੀ ਪਹਿਲੀ ਬੱਸ ਤਿਆਰ ਖੜੀ ਸੀ। ਅਗਲਾ ਅੰਕ। ਪਰਮਜੀਤ ਨੇ ਆਖਿਰ ਮੌਜ ਮਸਤੀ ਭਰੇ ਦੌਰੇ ਬਾਅਦ ਸ਼ਿਮਲਾ ਤੋਂ ਵਾਪਸ ਚੱਲਣ ਦੀ ਤਿਆਰੀ ਕਰ ਲਈ ਸੀ। ਵਾਪਸ ਟ੍ਰੇਨ ਰਾਹੀਂ ਜਾਵਾਂਗੇ। ਬੱਸ 'ਚ ਮੇਰੀ ਤਬੀਅਤ ਖਰਾਬ ਰਹਿੰਦੀ ਹੈ, ਚਲਦਿਆਂ ਹੋਇਆਂ ਕੋਮਲ ਨੇ ਫਰਮਾਇਸ਼ ਕੀਤੀ। ਤਾਂ ਠੀਕ ਹੈ, ਟ੍ਰੇਨ ਰਾਹੀਂ ਹੀ ਚੱਲਾਂਗੇ ਡਾਰਲਿੰਗ। ਹਿਮਾਚਲ ਐਕਸਪ੍ਰੈਸ ਦਾ ਟਾਈਮ ਹੈ, ਉਹ ਵੀ ਫੜੀ ਜਾ ਸਕਦੀ ਹੈ। ਜਦੋਂ ਪਰਮਜੀਤ ਅਤੇ ਕੋਮਲ ਸਟੇਸ਼ਨ 'ਤੇ ਪਹੁੰਚੇ ਤਾਂ ਦੇਖਿਆ ਕਿ ਛੋਟੀ ਲਾਈਨ 'ਤੇ ਚੱਲਣ ਵਾਲੀ ਟੌਏ ਟ੍ਰੇਨ ਵਿੱਚ ਕੋਈ ਖਾਸ ਭੀੜ ਨਹੀਂ ਸੀ। 103 ਸੁਰੰਗਾਂ 'ਚੋਂ ਲੰਘ ਕੇ ਆਪਣੀ ਮੰਜ਼ਿਲ ਤੱਕ ਪਹੁੰਚਣ ਵਾਲੀ ਇਸ ਖਿਡੌਣਾ ਟ੍ਰੇਨ ਦੀ ਆਪਣੀ ਇੱਕ ਵੱਖਰੀ ਖਿੱਚ ਤਾਂ ਹੈ ਹੀ, ਇਸ ਦਾ ਇਤਿਹਾਸ ਵੀ ਨਿਹਾਇਤ ਰੌਚਕ ਅਤੇ ਰੋਮਾਂਚਕ ਹੈ। ਇਸ ਟ੍ਰੇਨ ਵਿੱਚ ਜ਼ਿਆਦਾਤਰ ਕਾਫੀ ਭੀੜ ਰਹਿੰਦੀ ਹੈ, ਪਰ ਇਹ ਉਹਨਾਂ ਦੀ ਖੁਸ਼ਨਸੀਬੀ ਸੀ ਕਿ ਉਸ ਦਿਨ ਮੁਸਾਫਰ ਨਾਮਾਤਰ ਹੀ ਸਨ। ਬੜੇ ਆਰਾਮ ਨਾਲ ਸੀਟਾਂ ਮਿਲ ਗਈਆਂ, ਜਿਨ੍ਹਾਂ 'ਤੇ ਉਹ ਮਜ਼ੇ ਨਾਲ ਪਸਰ ਗਏ। ਜ਼ਰਾ ਹੀ ਦੇਰ ਵਿੱਚ ਗੱਡੀ ਚੱਲ ਪਈ। ਚਲਦਿਆਂ ਹੀ ਪਰਮਜੀਤ ਨੂੰ ਨੀਂਦ ਆ ਗਈ ਅਤੇ ਉਹ ਸੁਪਨਿਆਂ ਦੀ ਦੁਨੀਆ 'ਚ ਗਵਾਚ ਗਿਆ। ਸੁਪਨੇ ਵਿੱਚ ਉਸਨੇ ਕੋਮਲ ਨੂੰ ਆਖਿਆ ਸੀ, ਇਹ ਟੌਏ ਟ੍ਰੇਨ ਕਾਲਕਾ ਤੱਕ ਜਾਂਦੀ ਹੈ, ਉੱਥੋਂ ਅਸੀਂ ਦੂਜੀ ਗੱਡੀ ਪਕੜ ਕੇ ਰਾਏਗੜ੍ਹ ਚੱਲਾਂਗੇ। ਪਰ ਸਾਨੂੰ ਤਾਂ ਨਰਾਇਣਪੁਰ ਜਾਣਾ ਹੈ। ਰਾਏਗੜ੍ਹ ਜਾ ਕੇ ਅਸੀਂ ਕੀ ਕਰਾਂਗੇ? ਕੋਮਲ ਨੇ ਪੁੱਛਿਆ। ਰਾਗਨੀ ਦਾ ਕਤਲ ਕਰਾਂਗੇ। ਜਦੋਂ ਤੱਕ ਉਹ ਜ਼ਿੰਦਾ ਹੈ, ਸਾਡੀ ਸ਼ਾਦੀ ਕਦੇ ਨਹੀਂ ਹੋ ਸਕਦੀ। ਉਹ ਤਲਾਕ ਲਈ ਰਾਜ਼ੀ ਹੋ ਜਾਏਗੀ। ਅਜਿਹਾ ਤਾਂ ਹੋ ਨਹੀਂ ਸਕਦਾ, ਪਰਮਜੀਤ ਨੇ ਹੌਲੀ ਜਿਹੀ ਕੋਮਲ ਦੇ ਕੰਨ ਵਿੱਚ ਕਿਹਾ ਸੀ। ਰਾਗਨੀ ਦਾ ਖੂਨ ਕਰਨ ਦੀ ਗੱਲ ਸੁਣ ਕੇ ਇੱਕ ਵਾਰ ਤਾਂ ਕੋਮਲ ਦਹਿਲ ਗਈ ਸੀ। ਫਿਰ ਪਤਾ ਨਹੀਂ ਕੀ ਸੋਚ ਕੇ ਉਹ ਚੁੱਪਚਾਪ ਬੈਠੀ ਰਹੀ ਸੀ। ਸੁਪਨਾ ਚੱਲ ਰਿਹਾ ਸੀ ਕਿ ਅੱਧੀ ਰਾਤ ਵਿੱਚ ਪਰਮਜੀਤ ਅਤੇ ਕੋਮਲ ਰਾਏਗੜ੍ਹ ਸਟੇਸ਼ਨ 'ਤੇ ਪਹੁੰਚੇ ਤਾਂ ਸੁਭਾਗਵਸ ਉੱਥੇ ਉਹਨਾਂ ਨੂੰ ਕੋਈ ਜਾਣ ਪਛਾਣ ਵਾਲਾ ਨਹੀਂ ਮਿਲਿਆ। ਸਾਰਾ ਸਮਾਨ ਕਲੌਕ ਰੂਮ ਵਿੱਚ ਜਮ੍ਹਾਂ ਕਰਵਾ ਕੇ ਉਹ ਦੋਵੇਂ ਪੈਦਲ ਹੀ ਘਰ ਵੱਲ ਰਵਾਨਾ ਹੋ ਗਏ। ਚਾਰੇ ਪਾਸੇ ਸੁੰਨਮਸਾਨ ਸੀ। ਕੋਈ ਇੱਕਾ ਦੁੱਕਾ ਵਿਅਕਤੀ ਟਹਿਲਦਾ ਦਿਖਾਈ ਦੇ ਰਿਹਾ ਸੀ, ਜਾਂ ਫਿਰ ਪਹਿਰੇਦਾਰ ਦੀ ਸੀਟੀ ਦੀ ਆਵਾਜ਼ ਕਦੇ-ਕਦਾਈਂ ਰਾਤ ਦੇ ਇਸ ਸੰਨਾਟੇ 'ਚ ਸ਼ੇਕ ਕਰ ਦਿੰਦੀ ਸੀ। ਸੁਪਨੇ ਵਿੱਚ ਪਰਮਜੀਤ ਅਤੇ ਕੋਮਲ ਪੈਦਲ ਚੱਲਦੇ ਹੋਏ ਘਰ ਦੇ ਪਿਛਵਾੜੇ ਵਿੱਚ ਪਹੁੰਚੇ ਸਨ, ਜਿੱਥੇ ਕੋਮਲ ਨੂੰ ਇੱਕ ਥਾਂ ਖੜੀ ਰਹਿਣ ਦਾ ਆਖ ਕੇ ਪਰਮਜੀਤ ਖੁਦ ਸੀਵਰੇਜ ਪਾਈਪ ਦੇ ਸਹਾਰੇ ਮਕਾਨ ਦੀ ਛੱਤ 'ਤੇ ਪਹੁੰਚ ਰੌਸ਼ਨਦਾਨ ਜ਼ਰੀਏ ਰਾਗਨੀ ਦੇ ਕਮਰੇ ਵਿੱਚ ਪ੍ਰਵੇਸ਼ ਕਰ ਗਿਆ ਸੀ। ਉੱਥੇ ਉਸਨੇ ਗਲ ਘੁੱਟ ਕੇ ਰਾਗਨੀ ਦਾ ਖੂਨ ਕਰ ਦਿੱਤਾ ਸੀ। ਸੁਪਨੇ ਵਿੱਚ ਰਾਗਨੀ ਨੂੰ ਮੌਤ ਦੀ ਨੀਂਦ ਉਤਾਰਦਿਆਂ ਵਕਤ ਪਰਮਜੀਤ ਨੇ ਆਪਣੇ ਕਲਪਿਤ ਬੱਚੇ ਨੂੰ ਵੀ ਵੇਖਿਆ ਸੀ, ਜਿਸ ਦੇ ਪ੍ਰਤੀ ਉਸਦਾ ਪਿਆਰ ਉਮੜ ਨਹੀਂ ਸਕਿਆ ਸੀ। ਰਾਗਨੀ ਨੂੰ ਮਾਰ ਮੁਕਾਉਣ ਬਾਅਦ ਉਹ ਖਿੜਕੀ ਖੋਲ੍ਹ ਕੇ ਉਸੇ ਪਾਈਪ ਕੋਲ ਆ ਗਿਆ ਸੀ, ਜਿੱਥੋਂ ਉੱਪਰ ਚੜ੍ਹ ਕੇ ਆਇਆ ਸੀ, ਅਤੇ ਫਿਰ ਲੋਕਾਂ ਦਾ ਸ਼ੋਰ ਸ਼ਰਾਬਾ ਸੁਣ ਕੇ ਉਹ ਹੇਠਾਂ ਕੁੱਦ ਪਿਆ ਸੀ। ਤਦੇ ਉਸਦੇ ਮੂੰਹ ਤੋਂ ਹਾਏ ਮਰ ਗਿਆ ਨਿਕਲਿਆ ਸੀ, ਅਤੇ ਇਸਦੇ ਨਾਲ ਹੀ ਉਸਦਾ ਸੁਪਨਾ ਵੀ ਟੁੱਟ ਗਿਆ ਸੀ। ਦਰਅਸਲ ਇਹ ਇੱਕ ਅਜੀਬ ਜਿਹਾ ਸੁਪਨਾ ਸੀ ਜੋ ਪਰਮਜੀਤ ਨੇ ਟ੍ਰੇਨ ਵਿੱਚ ਲੇਟਿਆਂ-ਲੇਟਿਆਂ ਹੀ ਦੇਖਿਆ ਸੀ। ਸੁਪਨਾ ਟੁੱਟਦੇ ਹੀ ਉਹ ਆਪਣੀ ਜ਼ਿੰਦਗੀ ਦੇ ਫਲੈਸ਼ਬੈਕ ਵਿੱਚ ਚਲਾ ਗਿਆ ਸੀ।
ਫਲੈਸ਼ਬੈਕ ਖਤਮ ਹੋ ਚੁੱਕੀ ਸੀ। ਗੱਡੀ ਆਪਣੀ ਰਫ਼ਤਾਰ ਨਾਲ ਅਗਾਂਹ ਵਧੀ ਜਾ ਰਹੀ ਸੀ। ਸ਼ਕਪਕ ਸ਼ਕਪਕ ਸ਼ਕਪਕ। ਅਗਲਾ ਅੰਕ। ਸਵੇਰ ਦੇ 8 ਵਜੇ ਦਾ ਸਮਾਂ ਸੀ। ਨਾਰਾਇਣਪੁਰ ਦੇ ਬੱਸ ਅੱਡੇ ਉੱਪਰ ਇੱਕ ਬੈਂਚ ਤੇ ਰਾਗਨੀ ਆਪਣੇ ਬੱਚੇ ਨੂੰ ਛਾਤੀ ਨਾਲ ਲਾਏ ਚੁੱਪਚਾਪ ਬੈਠੀ ਸੀ। ਉਸਨੂੰ ਚੱਲਣ ਵਿੱਚ ਹੋਰ ਜ਼ਿਆਦਾ ਮੁਸ਼ਕਿਲ ਹੁੰਦੀ ਜਾ ਰਹੀ ਸੀ। ਕੁਝ ਦੇਰ ਆਰਾਮ ਕਰਨ ਤੋਂ ਬਾਅਦ ਉਹ ਫਿਰ ਤੋਂ ਚੱਲ ਪਈ। ਕਿਸੇ ਤਰ੍ਹਾਂ ਰਿਕਸ਼ਾ ਕਰਕੇ ਉਹ ਘਰ ਦੀ ਤਰਫ ਰਵਾਨਾ ਹੋ ਗਈ। ਰੋਜ਼ਾਨਾ ਵਾਂਗੂ ਅੱਜ ਵੀ ਮੁਹੱਲੇ ਦੀਆਂ ਔਰਤਾਂ ਸਰਕਾਰੀ ਨਲਕੇ ਤੇ ਪਾਣੀ ਭਰ ਰਹੀਆਂ ਸਨ। ਪਰਮਜੀਤ ਦੇ ਘਰ ਸਾਹਮਣੇ ਰਿਕਸ਼ਾ ਰੁਕਦੇ ਦੇਖ ਕੇ ਸਾਰੀਆਂ ਜਨਾਨੀਆਂ ਰਿਕਸ਼ੇ ਤੋਂ ਹੌਲੀ-ਹੌਲੀ ਉਤਰ ਰਹੀ ਅਤੇ ਗੋਦ 'ਚ ਬੱਚਾ ਚੁੱਕਿਆ ਔਰਤ ਨੂੰ ਤੱਕਣ ਲੱਗੀਆਂ। ਅਰੇ, ਇਹ ਤਾਂ ਪਰਮਜੀਤ ਦੀ ਜ਼ਨਾਨੀ ਰਾਗਨੀ ਹੈ। ਇਹਨਾਂ 'ਚੋਂ ਇੱਕ ਔਰਤ ਜ਼ੋਰ ਨਾਲ ਦੱਸਣ ਲੱਗੀ। ਫਿਰ ਉਹ ਨੱਸ ਕੇ ਰਾਗਨੀ ਕੋਲ ਆ ਗਈ। ਹੋਰ ਭੈਣੇ, ਕਿਵੇਂ ਹੈ? ਆਉਂਦਿਆਂ ਹੀ ਉਸਨੇ ਰਾਗਨੀ ਤੋਂ ਪੁੱਛਿਆ। ਠੀਕ ਹਾਂ ਭੈਣ, ਰਾਗਨੀ ਨੇ ਹੌਲੇ ਜਿਹੇ ਆਖਿਆ। ਇਹ ਹਜੇ ਤੱਕ ਆਏ ਨਹੀਂ ਕਿ? ਰਾਗਨੀ ਨੇ ਇਹ ਸਵਾਲ ਇਸ ਤਰ੍ਹਾਂ ਪੁੱਛਿਆ ਸੀ ਜਿਵੇਂ ਉਹ ਅਸਲੀਅਤ ਵਿੱਚ ਸਾਰਾ ਕੁਝ ਜਾਣਦੀ ਹੋਵੇ ਕਿ ਉਹ ਕਿੱਥੇ ਗਏ ਹਨ। ਇਹ ਸੁਣ ਕੇ ਉਹ ਔਰਤ ਹੈਰਾਨਕੁਨ ਰਹਿ ਗਈ ਅਤੇ ਫਿਰ ਆਪਣੇਪਨ ਵਾਲੇ ਲਹਿਜ਼ੇ ਵਿੱਚ ਆਖਣ ਲੱਗੀ, ਤੁਸੀਂ ਮੇਰੇ ਘਰ ਚੱਲੋ ਭੈਣ। ਕਹਿਣ ਦੇ ਨਾਲ ਹੀ ਉਹ ਔਰਤ ਰਾਗਨੀ ਨੂੰ ਸਹਾਰਾ ਦਿੰਦੇ ਹੋਏ ਆਪਣੇ ਘਰ ਲੈ ਗਈ। ਉਸਨੇ ਜਲਦੀ ਚਾਹ ਬਣਾਈ ਅਤੇ ਉਸਨੂੰ ਉਹਦੇ ਪਤੀ ਅਤੇ ਉਹਦੀ ਭੈਣ ਦੀਆਂ ਕਾਲੀਆਂ ਕਰਤੂਤਾਂ ਦੱਸਣ ਲਈ ਭੂਮਿਕਾ ਉਲੀਕਣ ਲੱਗੀ। ਤਦੇ ਉੱਥੇ ਮੁਹੱਲੇ ਦੀਆਂ ਹੋਰ ਦੂਜੀਆਂ ਔਰਤਾਂ ਵੀ ਇਕੱਠੀਆਂ ਹੋਣ ਲੱਗੀਆਂ ਅਤੇ ਰਾਗਨੀ ਨੂੰ ਹੌਸਲਾ ਦਿੰਦੇ ਹੋਏ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੀਆਂ। ਫਿਰ ਪਰਮਜੀਤ ਅਤੇ ਕੋਮਲ ਦੇ ਨਾਜਾਇਜ਼ ਸਬੰਧਾਂ ਅਤੇ ਉਹਨਾਂ ਦੀਆਂ ਕਰਤੂਤਾਂ ਬਾਰੇ ਜਿੰਨਾ ਕੁਝ ਦੱਸ ਸਕਦੀਆਂ ਸਨ ਉਹਨਾਂ ਨੇ ਰਾਗਨੀ ਨੂੰ ਦੱਸ ਦਿੱਤਾ। ਵੇਖਦਿਆਂ ਵੇਖਦਿਆਂ ਸ਼ਾਮ ਹੋ ਗਈ। ਫਿਰ ਵੀ ਇਹ ਸਿਲਸਿਲਾ ਜਾਰੀ ਸੀ। ਅਚਾਨਕ ਹੀ ਇੱਕ ਔਰਤ ਜਿਵੇਂ ਬੇਤਹਾਸ਼ਾ ਭੱਜਦੀ ਨੱਸਦੀ ਅੰਦਰ ਦਾਖਲ ਹੋਈ। ਆਉਂਦਿਆਂ ਹੀ ਦੱਬੀ ਆਵਾਜ਼ ਵਿੱਚ ਦੱਸਣ ਲੱਗੀ, ਚੁੱਪ ਹੋ ਜਾਓ ਸਾਰੇ, ਆਸ਼ਿਕ ਜੋੜਾ ਆ ਗਿਆ ਹੈ ਸ਼ਿਮਲਾ ਦੀ ਸੈਰ ਕਰਕੇ। ਇੱਕੋ ਸਾਰ ਕਈ ਔਰਤਾਂ ਨੇ ਲਪਕ ਕੇ ਖਿੜਕੀ 'ਚੋਂ ਬਾਹਰ ਝਾਕਣ ਦੀ ਕੋਸ਼ਿਸ਼ ਕੀਤੀ। ਬਾਹਰ ਮੁਹੱਲੇ ਵਿੱਚ ਕੋਮਲ ਰਿਕਸ਼ੇ ਤੋਂ ਉਤਰ ਕੇ ਘਰ ਦੇ ਅੰਦਰ ਜਾ ਰਹੀ ਸੀ ਅਤੇ ਪਰਮਜੀਤ ਸਮਾਨ ਉਤਾਰਨ ਲੱਗਿਆ ਸੀ। ਸਫ਼ਰ ਤੋਂ ਆਏ ਹੋਣ ਦੇ ਬਾਵਜੂਦ ਉਹਨਾਂ ਦੇ ਚਿਹਰੇ ਪੂਰੀ ਤਰ੍ਹਾਂ ਖਿੜੇ ਹੋਏ ਸਨ। ਥਕਾਵਟ ਦਾ ਕਿਧਰੇ ਕੋਈ ਨਾਮੋ ਨਿਸ਼ਾਨ ਨਹੀਂ ਸੀ। ਰਾਗਨੀ ਨੇ ਜਦੋਂ ਉਹਨਾਂ ਲੋਕਾਂ ਦੇ ਆਉਣ ਬਾਰੇ ਸੁਣਿਆ ਸੀ ਤਾਂ ਉਸਦਾ ਦਿਲ ਜ਼ੋਰਾਂ ਨਾਲ ਧੜਕਣ ਲੱਗਾ ਸੀ। ਉਸਨੂੰ ਜਾਪਦਾ ਸੀ ਕਿਤੇ ਉਹ ਉੱਥੇ ਬੈਠੀ ਬੈਠੀ ਹੀ ਢੇਰ ਨਾ ਹੋ ਜਾਵੇ। ਕਿਸੇ ਤੇਰੇ ਮਨ ਪੱਕਾ ਕਰਕੇ ਉਹ ਉੱਥੋਂ ਉੱਠ ਖੜੀ ਹੋਈ ਅਤੇ ਬੱਚੇ ਨੂੰ ਸੀਨੇ ਨਾਲ ਚਿਪਕਾਏ ਆਪਣੇ ਘਰ ਵੱਲ ਵਧ ਗਈ। ਮੁਹੱਲੇ ਦੀਆਂ ਔਰਤਾਂ ਨੇ ਸੋਚਿਆ ਕਿ ਹੁਣ ਕੋਈ ਹੰਗਾਮਾ ਹੋਏਗਾ। ਫਿਰ ਇਹ ਸਾਰੀਆਂ ਉਸਦੇ ਪਿੱਛੇ ਪਿੱਛੇ ਚੱਲ ਪਈਆਂ। ਘਰ ਇੱਕਦਮ ਸਾਹਮਣੇ ਸੀ ਪਰ ਮਣ ਭਾਰੀ ਹੋ ਚੁੱਕੇ ਕਦਮਾਂ ਨਾਲ ਰਾਗਨੀ ਲਈ ਜਿਵੇਂ ਇਹ ਦੂਰੀ ਤੈਅ ਕਰ ਪਾਉਣਾ ਵੀ ਕਠਿਨ ਹੋ ਰਿਹਾ ਸੀ। ਜਿਵੇਂ ਤਿਵੇਂ ਉਸਨੇ ਆਖਿਰ ਘਰ 'ਚ ਕਦਮ ਰੱਖਿਆ। ਵੇਖਿਆ ਪਰਮਜੀਤ ਸਾਹਮਣੇ ਵਾਲੀ ਕੁਰਸੀ ਤੇ ਬੈਠਾ ਤਾਰ ਪੜ੍ਹ ਰਿਹਾ ਸੀ। ਕੋਮਲ ਉਸਦੇ ਗਲ 'ਚ ਬਾਹਾਂ ਪਾਈ ਉਹਦੇ ਪਿੱਛੇ ਝੁਕੀ ਹੋਈ ਸੀ। ਦਰਵਾਜ਼ੇ ਤੇ ਆਵਾਜ਼ ਸੁਣ ਕੇ ਪਰਮਜੀਤ ਨੇ ਤਾਰ ਤੋਂ ਨਜ਼ਰਾਂ ਹਟਾਈਆਂ ਤਾਂ ਸਾਹਮਣੇ ਰਾਗਨੀ ਨੂੰ ਖੜਾ ਦੇਖ ਕੇ ਕੁਝ ਪਲਾਂ ਲਈ ਉਹ ਬੌਖਲਾ ਗਿਆ। ਕੋਮਲ ਵੀ ਹੜਬੜਾ ਦੇ ਪਿੱਛੇ ਹਟ ਗਈ। ਰਾਗਨੀ ਨੇ ਕੁਝ ਨਾ ਆਖਿਆ, ਨਾ ਚੀਕੀ ਨਾ ਚਿਹਾੜਾ ਪਾਇਆ। ਉਸਨੇ ਹੌਲੀ ਦੇ ਕੇ ਬੱਚੇ ਨੂੰ ਉੱਥੇ ਪਈ ਚਾਰਪਾਈ ਤੇ ਲਟਾ ਦਿੱਤਾ ਅਤੇ ਪਿੱਛੇ ਮੁੜ ਕੇ ਦਰਵਾਜ਼ਾ ਬੰਦ ਕਰਨ ਲੱਗੀ। ਬਾਹਰ ਖੜੀਆਂ ਔਰਤਾਂ ਨੇ ਰਾਗਨੀ ਨੂੰ ਦਰਵਾਜ਼ਾ ਬੰਦ ਕਰਦੇ ਦੇਖਿਆ ਤਾਂ ਉਹਨਾਂ ਦੇ ਸਾਹ ਜਿਵੇਂ ਗਲ 'ਚ ਅਟਕ ਕੇ ਰਹਿ ਗਏ। ਹੁਣ ਤਾਂ ਜ਼ਰੂਰ ਕੁਝ ਨਾ ਕੁਝ ਹੋਵੇਗਾ। ਪੱਕੇ ਤੌਰ ਤੇ ਕੋਈ ਵੱਡਾ ਹੰਗਾਮਾ ਵਾਪਰੇਗਾ। ਕੋਈ ਪੁਲਿਸ ਨੂੰ ਇਤਲਾਹ ਦੇ ਦੇਵੇ ਹੁਣੇ। ਪਰ ਅੰਦਰ ਕੋਈ ਵੱਡਾ ਜਾਂ ਕੋਈ ਛੋਟਾ ਹੰਗਾਮਾ ਨਾ ਹੋਇਆ। ਰਾਗਨੀ ਨੇ ਦਰਵਾਜ਼ਾ ਬੰਦ ਕਰਕੇ ਕੁੰਡੀ ਲਾ ਦਿੱਤੀ। ਫਿਰ ਹੌਲੀ ਹੌਲੀ ਕਦਮਾਂ ਨਾਲ ਚਲਦੀ ਪਰਮਜੀਤ ਦੇ ਨਜ਼ਦੀਕ ਆ ਕੇ ਖੜੀ ਹੋ ਗਈ। ਹੰਝੂ ਵਾਲੀਆਂ ਅੱਖਾਂ ਨਾਲ ਪਰਮਜੀਤ ਵੱਲ ਤੱਕਣ ਲੱਗੀ। ਮੂੰਹ ਤੋਂ ਉਸਦੇ ਹਜੇ ਤੱਕ ਇੱਕ ਵੀ ਸ਼ਬਦ ਨਹੀਂ ਨਿਕਲਿਆ ਸੀ। ਪਰਮਜੀਤ ਉਂਝ ਤਾਂ ਉਸ ਨਾਲ ਨਜ਼ਰਾਂ ਨਹੀਂ ਮਿਲਾ ਪਾ ਰਿਹਾ ਸੀ ਪਰ ਅਚਾਨਕ ਉਸਨੇ ਜ਼ਰੂਰ ਹੀ ਪੁੱਛ ਲਿਆ,
ਐਵੇਂ ਕੀ ਦੇਖ ਰਹੀ ਹੈ? ਰਾਗਨੀ ਪੱਥਰ ਦੀ ਮੂਰਤੀ ਬਣੀ ਇੱਕਦਮ ਖਾਮੋਸ਼ ਰਹੀ। ਦੇਖੋ ਦੀਦੀ, ਉਸਨੂੰ ਕੁਝ ਕਹਿੰਦਿਆਂ ਨਾ ਵੇਖ ਕੇ ਕੋਮਲ ਨੇ ਕਹਿਣਾ ਸ਼ੁਰੂ ਕੀਤਾ, ਇਹ ਤਾਂ ਹੋ ਹੀ ਨਹੀਂ ਸਕਦਾ ਕਿ ਹਜੇ ਤੱਕ ਤੈਨੂੰ ਸਾਡੀਆਂ ਸਾਰੀਆਂ ਗੱਲਾਂ ਮਾਲੂਮ ਨਹੀਂ ਹੋਣਗੀਆਂ। ਸਾਡੇ ਗੁਆਂਢੀ ਇੰਨੇ ਚੰਗੇ ਹਨ ਕਿ ਉਹ ਸਾਡੀਆਂ ਸਮੱਸਿਆਵਾਂ ਸਾਡੇ ਤੋਂ ਪਹਿਲਾਂ ਹੀ ਸੁਲਝਾ ਦਿੰਦੇ ਹਨ। ਹੁਣ ਜਦੋਂ ਕਿ ਤੂੰ ਸਾਰੀ ਗੱਲਬਾਤ ਸਮਝ ਗਈ ਹੈ ਤਾਂ ਅਣਜਾਣ ਬਣਨ ਨਾਲ ਕੋਈ ਫਾਇਦਾ ਨਹੀਂ। ਕੋਮਲ ਇੱਕਦਮ ਠੀਕ ਆਖ ਰਹੀ ਹੈ ਰਾਗਨੀ। ਹੁਣ ਤੇਰੀ ਭਲਾਈ ਇਸੇ ਵਿੱਚ ਹੈ ਕਿ ਜਿਵੇਂ ਅਸੀਂ ਕਹਿੰਦੇ ਹਾਂ ਉਵੇਂ ਕਰ। ਪਰਮਜੀਤ ਨੇ ਇੱਕ ਜ਼ਹਿਰੀਲੀ ਮੁਸਕਾਨ ਚਿਹਰੇ ਤੇ ਲਿਆਉਂਦਿਆਂ ਕਿਹਾ। ਰਾਗਨੀ ਹੁਣ ਵੀ ਚੁੱਪ ਚਪੀਤੇ ਪੱਥਰ ਵਾਂਗੂ ਪਹਿਲਾਂ ਦੀ ਤਰ੍ਹਾਂ ਇੱਕ ਟੱਕ ਪਰਮਜੀਤ ਦੇ ਚਿਹਰੇ ਵੱਲ ਵੇਖੀ ਜਾ ਰਹੀ ਸੀ। ਦੇਖ ਦੀਦੀ, ਮੈਂ ਇਹਨਾਂ ਨਾਲ ਪਿਆਰ ਕਰਦੀ ਹਾਂ। ਇਹਨਾਂ ਬਗੈਰ ਇੱਕ ਪਲ ਵੀ ਨਹੀਂ ਰਹਿ ਸਕਦੀ। ਫਿਰ ਮੇਰੇ ਢਿੱਡ ਵਿੱਚ ਇਹਨਾਂ ਦਾ ਬੱਚਾ ਵੀ ਪਲ ਰਿਹਾ ਹੈ। ਮੈਂ ਇਸ ਉਮੀਦ ਵਿੱਚ ਹਾਂ ਕਿ ਤੂੰ ਮੇਰੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝੇਗੀ ਅਤੇ ਮੇਰੇ ਪਿਆਰ ਵਿੱਚ ਰੋੜਾ ਨਹੀਂ ਬਣੇਗੀ। ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਛੇਤੀ ਹੀ ਵਿਆਹ ਕਰਨ ਵਾਲੇ ਹਾਂ। ਕੋਮਲ ਨੇ ਸਾਰੀਆਂ ਗੱਲਾਂ ਦਾ ਰਹੱਸ ਪ੍ਰਗਟਾਉਂਦਿਆਂ ਜਿਵੇਂ ਇੱਕੋ ਸਾਹ ਵਿੱਚ ਦੱਸ ਦਿੱਤਾ। ਅਤੇ ਇਸ ਲਈ ਤੇਰੇ ਨਾਲ ਤਲਾਕ ਲੈਣਾ ਜ਼ਰੂਰੀ ਹੈ। ਮੈਂ ਚਾਹਾਂਗਾ ਕਿ ਤੂੰ ਬਿਨਾਂ ਕਿਸੇ ਮੁਸੀਬਤ 'ਚ ਪਏ ਮੇਰੇ ਤੋਂ ਤਲਾਕ ਲੈ ਲੈ। ਪਰਮਜੀਤ ਨੇ ਫਿਰ ਤੋਂ ਜ਼ਹਿਰੀਲੀ ਮੁਸਕਾਨ ਬਿਖੇਰਦਿਆਂ ਰਾਗਨੀ ਨੂੰ ਆਖਿਆ। ਪਰ ਉਸਦੀਆਂ ਨਜ਼ਰਾਂ ਹਜੇ ਵੀ ਹੇਠਾਂ ਹੀ ਸਨ। ਉਹ ਕਿਸੇ ਵੀ ਤਰ੍ਹਾਂ ਰਾਗਨੀ ਨਾਲ ਅੱਖਾਂ ਨਹੀਂ ਮਿਲਾ ਪਾ ਰਿਹਾ ਸੀ। ਉਸਨੂੰ ਸ਼ਾਇਦ ਇਹੋ ਜਾਪਿਆ ਸੀ ਕਿ ਮੌਕਾ ਬਹੁਤ ਵਧੀਆ ਹੈ, ਇਸ ਸਥਿਤੀ ਦਾ ਫਾਇਦਾ ਚੁੱਕ ਲਵੇ। ਇਸੇ ਦਰਮਿਆਨ ਬੱਚਾ ਰੋਣ ਲੱਗਾ ਸੀ। ਉਹ ਹੱਥ ਪੈਰ ਹਿਲਾਉਂਦਿਆਂ ਹੋਇਆ ਰਾਗਨੀ ਦੀ ਤਰਫ ਵੇਖ ਰਿਹਾ ਸੀ। ਲੱਗਦਾ ਸੀ ਕਿ ਉਹਨੂੰ ਭੁੱਖ ਲੱਗੀ ਹੋਵੇ। ਰਾਗਨੀ ਜਿਵੇਂ ਆਪਣੇ ਵਰਤਮਾਨ 'ਚ ਪਰਤੀ। ਅੱਗੇ ਵਧ ਕੇ ਉਸਨੇ ਆਪਣੇ ਮੁੰਨੇ ਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ। ਖੜੀ ਨਾ ਰਹਿ ਸਕਣ ਕਾਰਨ ਉਹ ਤੁਰੰਤ ਹੀ ਮੰਜੇ ਤੇ ਬੈਠ ਗਈ। ਮੁੰਨੇ ਦੀ ਭੁੱਖ ਮਿਟਣ ਲੱਗੀ ਸੀ। ਪਰਮਜੀਤ ਅਤੇ ਕੋਮਲ ਲਗਾਤਾਰ ਰਾਗਨੀ ਦੀ ਤਰਫ ਦੇਖੇ ਜਾ ਰਹੇ ਸਨ। ਕੁੱਲ ਮਿਲਾ ਕੇ ਹੁਣ ਉੱਥੇ ਇੱਕ ਖਾਮੋਸ਼ੀ ਪਸਰ ਗਈ ਸੀ। ਦੁੱਧ ਚੁੰਘਾਉਣ ਬਾਅਦ ਰਾਗਨੀ ਆਪਣੇ ਮਾਸੂਮ ਬੱਚੇ ਨੂੰ ਹੱਥਾਂ ਵਿੱਚ ਲੈ ਕੇ ਉਸਦਾ ਚਿਹਰਾ ਨਿਹਾਰਨ ਲੱਗੀ। ਕੋਮਲ ਅਤੇ ਪਰਮਜੀਤ ਹਜੇ ਵੀ ਲਗਾਤਾਰ ਰਾਗਨੀ ਦੇ ਚਿਹਰੇ ਵੱਲ ਵੇਖੀ ਜਾ ਰਹੇ ਸਨ, ਇੱਕ ਅਲੱਗ ਹੀ ਉਮੀਦ ਨਾਲ। ਰਾਗਨੀ ਵੀ ਸ਼ਾਇਦ ਉਹਨਾਂ ਦੀ ਇਸ ਉਮੀਦ ਨੂੰ ਨਜ਼ਰਅੰਦਾਜ਼ ਨਹੀਂ ਕਰ ਪਾ ਰਹੀ ਸੀ। ਉਹ ਵੀ ਮਨ ਹੀ ਮਨ ਇਸ ਮੁੱਦੇ ਤੇ ਕੁਝ ਸੋਚੀ ਜਾ ਰਹੀ ਸੀ। ਆਖਿਰ ਉਸਦੇ ਬੁੱਲ੍ਹ ਹਿੱਲੇ ਅਤੇ ਉਸਦੇ ਮੂੰਹ ਤੋਂ ਸ਼ਬਦ ਨਿਕਲਣ ਲੱਗੇ। ਮੈਨੂੰ ਉਮੀਦ ਹੈ ਕਿ ਤਲਾਕ ਦੇ ਕਾਗਜ਼ਾਤ ਪਹਿਲਾਂ ਹੀ ਤਿਆਰ ਕਰਵਾ ਕੇ ਰੱਖੇ ਹੋਣਗੇ। ਲਿਆਓ, ਕਿੱਥੇ ਦਸਤਖਤ ਕਰਨੇ ਹਨ? ਕੀ? ਪਰਮਜੀਤ ਜਿਵੇਂ ਨੀਂਦ ਤੋਂ ਜਾਗਿਆ। ਉਸਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਰਾਗਨੀ ਉਸਨੂੰ ਤਲਾਕ ਦੇਣ ਲਈ ਇੰਨੀ ਜਲਦੀ ਅਤੇ ਐਸੀ ਸਥਿਤੀ ਵਿੱਚ ਤਿਆਰ ਹੋ ਜਾਏਗੀ। ਉਸਨੇ ਹਜੇ ਤੱਕ ਤਲਾਕਨਾਮਾ ਵਗੈਰਾ ਦਾ ਇੰਤਜ਼ਾਮ ਨਹੀਂ ਕੀਤਾ ਸੀ, ਪਰ ਐਸਾ ਮੌਕਾ ਉਹ ਹੱਥੋਂ ਗਵਾਉਣਾ ਵੀ ਨਹੀਂ ਚਾਹੁੰਦਾ ਸੀ। ਉਹ ਛੇਤੀ ਦੇਣੀ ਅਲਮਾਰੀ ਵੱਲ ਵਧਿਆ ਅਤੇ ਉੱਥੇ ਪਈ ਇੱਕ ਫਾਈਲ 'ਚੋਂ ਇੱਕ ਸਫੇਦ ਕਾਗਜ਼ ਕੱਢ ਲਿਆਇਆ। ਰਾਗਨੀ, ਤੂੰ ਇਸ ਕਾਗਜ਼ ਤੇ ਦਸਤਖਤ ਕਰ ਦੇ। ਲੈਟਰ ਮੈਂ ਬਾਅਦ ਵਿੱਚ ਟਾਈਪ ਕਰਵਾ ਲਵਾਂਗਾ। ਕਹਿਣ ਦੇ ਨਾਲ ਹੀ ਪਰਮਜੀਤ ਨੇ ਕੋਰਾ ਕਾਗਜ਼ ਰਾਗਨੀ ਵੱਲ ਵਧਾ ਦਿੱਤਾ। ਰਾਗਨੀ ਨੇ ਕਾਗਜ਼ ਲਿਆ ਤਾਂ ਤੁਰੰਤ ਹੀ ਕੋਮਲ ਨੇ ਲਪਕ ਕੇ ਇੱਕ ਫਾਊਂਟੇਨ ਪੈਨ ਉਸਦੇ ਹੱਥ ਵਿੱਚ ਪਕੜਾ ਦਿੱਤਾ। ਨਾਲ ਹੀ ਕਹਿਣ ਲੱਗੀ, ਲੈ ਦੀਦੀ, ਛੇਤੀ ਤੋਂ ਇਸ ਕਾਗਜ਼ ਤੇ ਦਸਤਖਤ ਕਰ ਦੇ। ਬਾਕੀ ਸਾਰਾ ਕੰਮ ਪਰਮਜੀਤ ਜੀ ਖੁਦ ਕਰ ਲੈਣਗੇ। ਰਾਗਨੀ ਨੇ ਪੈਨ ਲੈ ਲਿਆ। ਇਸ ਦੇ ਨਾਲ ਹੀ ਇੱਕ ਦਫਾ ਫਿਰ ਡੂੰਘੀਆਂ ਅਤੇ ਹੰਝੂ ਭਰੀਆਂ ਨਜ਼ਰਾਂ ਨਾਲ ਪਰਮਜੀਤ ਅਤੇ ਕੋਮਲ ਵੱਲ ਝਾਤ ਮਾਰੀ। ਫਿਰ ਤੁਰੰਤ ਉਸ ਕੋਰੇ ਕਾਗਜ਼ ਤੇ ਜਿੱਥੇ ਪਰਮਜੀਤ ਨੇ ਆਖਿਆ ਆਪਣੇ ਦਸਤਖਤ ਕਰ ਦਿੱਤੇ। ਦਸਤਖਤ ਹੁੰਦਿਆਂ ਹੀ ਪਰਮਜੀਤ ਅਤੇ ਕੋਮਲ ਨੇ ਰਾਗਨੀ ਤੋਂ ਕਾਗਜ਼ ਫੜਨਾ ਚਾਹਿਆ, ਪਰ ਉਸਦੀ ਠਹਿਰ ਦੀ ਕੜਕਦਾਰ ਆਵਾਜ਼ ਸੁਣ ਕੇ ਉਹ ਕੁਝ ਪਲ ਲਈ ਹੈਰਾਨ ਰਹਿ ਗਏ। ਰਾਗਨੀ ਨੇ ਆਪਣੇ ਮੁੰਨੇ ਪਰਮਜੀਤ ਦੇ ਸੁਪਨੇ ਨੰਨੇ ਇੰਜੀਨੀਅਰ ਦਾ ਨੰਨਾ ਜਿਹਾ ਸੱਜਾ ਹੱਥ ਪਕੜਿਆ ਅਤੇ ਉਹਦੇ ਛੋਟੇ ਜਿਹੇ ਅੰਗੂਠੇ ਤੇ ਸਿਆਹੀ ਲਗਾ ਦਿੱਤੀ।
ਇਸ ਉਪਰੰਤ ਬੱਚੇ ਦਾ ਅੰਗੂਠਾ ਹੌਲੀ ਜਿਹੇ ਪਕੜ ਕੇ ਉਸਨੇ ਕੋਰੇ ਕਾਗਜ਼ ਤੇ ਕੀਤੇ ਆਪਣੇ ਦਸਤਖਤਾਂ ਹੇਠ ਇਸ ਨੰਨੇ ਅੰਗੂਠੇ ਦੀ ਛਾਪ ਲਾ ਦਿੱਤੀ। ਫਿਰ ਤੁਰੰਤ ਹੀ ਕਾਗਜ਼ ਪੈਨ ਉੱਥੇ ਹੀ ਸੁੱਟ ਕੇ ਆਪਣੇ ਬੱਚੇ ਨੂੰ ਸੀਨੇ ਲਾਈ ਉਸ ਘਰ ਚੋਂ ਬਾਹਰ ਨਿਕਲ ਆਈ। ਕੀ ਹੋਇਆ? ਕੀ ਗੱਲ ਹੋਈ ਭੈਣੇ? ਗੁਆਂਢ ਦੀਆਂ ਕੁਝ ਔਰਤਾਂ ਨੇ ਅੱਗੇ ਵੱਧ ਕੇ ਉਸ ਤੋਂ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਰਾਗਨੀ ਨੇ ਕੋਈ ਜਵਾਬ ਨਹੀਂ ਦਿੱਤਾ। ਪਹਿਲਾਂ ਤੋਂ ਵੀ ਕਿਤੇ ਵੱਧ ਭਾਰੀ ਹੋ ਚੁੱਕੇ ਕਦਮਾਂ ਨਾਲ ਰਫਤਾ ਰਫਤਾ ਤੁਰਨ ਲੱਗੀ। ਬੱਚੇ ਨੂੰ ਉਸਨੇ ਇਸ ਤਰੀਕੇ ਨਾਲ ਛਾਤੀ ਨਾਲ ਚਿਪਕਾਇਆ ਹੋਇਆ ਸੀ ਜਿਵੇਂ ਕੋਈ ਇਹਨੂੰ ਖੋਹ ਨਾ ਲਵੇ। ਆਪਣੇ ਅੱਧੇ ਚਿਹਰੇ ਨੂੰ ਉਸਨੇ ਪੱਲੂ ਨਾਲ ਲੁਕੋ ਰੱਖਿਆ ਸੀ। ਉਹ ਸ਼ਾਇਦ ਰੋ ਰਹੀ ਸੀ, ਪਰ ਸ਼ਾਇਦ ਆਪਣਾ ਰੋਣਾ ਕਿਸੇ ਨੂੰ ਦਿਖਾਉਣਾ ਨਹੀਂ ਸੀ ਚਾਹੁੰਦੀ। ਉਂਝ ਵੀ ਉਸ ਵੇਲੇ ਉਸਦੀਆਂ ਅੱਖਾਂ ਘੱਟ, ਦਿਲ ਕਿਤੇ ਵੱਧ ਰੋ ਰਿਹਾ ਸੀ। ਉਸਨੂੰ ਨਾ ਤਾਂ ਪਰਮਜੀਤ ਅਤੇ ਨਾ ਹੀ ਕੋਮਲ ਨੇ ਰੋਕਿਆ ਅਤੇ ਨਾ ਹੀ ਉਹ ਇੰਨਾ ਹੌਸਲਾ ਕਰ ਸਕੇ ਕਿ ਜਾਣ ਤੋਂ ਪਹਿਲਾਂ ਉਹਨਾਂ ਦੇ ਦੁਰਵਿਵਹਾਰ ਬਾਰੇ ਕੁਝ ਆਖ ਸਕਦੀ। ਕੁਝ ਦੂਰੀ ਇਸੇ ਤਰ੍ਹਾਂ ਪੈਦਲ ਚੱਲਣ ਪਿੱਛੋਂ ਉਸਨੂੰ ਰਿਕਸ਼ਾ ਮਿਲ ਗਿਆ। ਬੱਸ ਅੱਡੇ ਚੱਲੋ, ਉਸਨੇ ਰਿਕਸ਼ੇ ਤੇ ਚੜ੍ਹਦਿਆਂ ਆਖਿਆ। ਬੱਸ ਅੱਡੇ ਤੇ ਪੁੱਜੀ ਤਾਂ ਦੇਖਿਆ ਕਿ ਸਾਹਮਣੇ ਰਾਏਗੜ੍ਹ ਲਈ ਬੱਸ ਤਿਆਰ ਖੜੀ ਸੀ। ਉਹ ਉਸ ਪਾਸੇ ਚੱਲਣ ਲੱਗੀ, ਪਰ ਫਿਰ ਅਚਾਨਕ ਹੀ ਉਸਦੇ ਮਨ ਵਿੱਚ ਇੱਕ ਗੱਲ ਆਈ ਕਿ ਹੁਣ ਉਹ ਆਪਣੇ ਮਾਂ-ਬਾਪ ਦੇ ਘਰ ਵੀ ਨਹੀਂ ਜਾਏਗੀ। ਜੇਕਰ ਉਹਦਾ ਪਤੀ ਉਸਨੂੰ ਅਜਿਹੇ ਸਮੇਂ ਵਿੱਚ ਤਿਆਗ ਸਕਦਾ ਹੈ, ਉਹਦੀ ਛੋਟੀ ਸਕੀ ਭੈਣ ਹੀ ਉਸਨੂੰ ਧੋਖਾ ਦੇ ਸਕਦੀ ਹੈ, ਤਾਂ ਅੱਗੇ ਉਹ ਕਿਸੇ ਤੇ ਵਿਸ਼ਵਾਸ ਨਹੀਂ ਕਰੇਗੀ, ਨਾ ਹੀ ਕਿਸੇ ਤੇ ਬੋਝ ਬਣੇਗੀ। ਪਰ ਉਹ ਖੁਦ ਨੂੰ ਇੰਨਾ ਕਮਜ਼ੋਰ ਵੀ ਨਹੀਂ ਸਾਬਿਤ ਕਰੇਗੀ ਕਿ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਡਰ ਕੇ ਮੌਤ ਨੂੰ ਗਲ ਲਗਾ ਲਵੇ। ਉਹ ਜੀਏਗੀ, ਆਪਣੇ ਬੱਚੇ ਲਈ ਜੀਏਗੀ, ਜਿਵੇਂ ਕਿ ਪਰਮਜੀਤ ਦੀ ਇੱਛਾ ਸੀ। ਇੱਕ ਦਿਨ ਉਹ ਇਸ ਬੱਚੇ ਨੂੰ ਬਹੁਤ ਵੱਡਾ ਇੰਜੀਨੀਅਰ ਬਣਾਏਗੀ। ਰਾਗਨੀ ਦੇ ਦਿਲੋਂ ਦਿਮਾਗ ਵਿੱਚ ਹੁਣ ਇੱਕੋ ਹੀ ਨਾਂ ਉੱਭਰਿਆ, ਦਿੱਲੀ। ਉਸਨੇ ਇਹ ਵੀ ਤੈਅ ਕਰ ਲਿਆ ਕਿ ਜਦੋਂ ਪਰਮਜੀਤ ਉਸਦਾ ਕੁਝ ਵੀ ਨਹੀਂ ਸੀ ਰਿਹਾ ਤਾਂ ਉਹ ਵੀ ਉਹਦੇ ਲਈ ਮਰ ਚੁੱਕਿਆ ਸੀ। ਅੱਗੇ ਉਹ ਇੱਕ ਵਿਧਵਾ ਦੀ ਜ਼ਿੰਦਗੀ ਗੁਜ਼ਾਰੇਗੀ।